ਸੋ ਇੱਕ ਖੁਸ਼ਖਬਰੀ ਜਿਹੜੀ ਯੂਕੇ ਤੋਂ ਆਈ ਅੱਜ ਸਵੇਰੇ ਆਪਾਂ ਨੂੰ ਮਿਲੀ ਆ ਯੂਕੇ ਦਾ ਆਪਣਾ ਪਤਾ ਵੀ ਕਈ ਉੱਥੇ ਸਟੱਡੀਜ਼ ਚੱਲਦੀਆਂ ਆ ਕਰੋਨਾ ਵਾਇਰਸ ਦੀ ਵੈਕਸੀਨ ਲੱਭਣ ਦੇ ਵਿੱਚ ਪਰ ਇੱਕ ਇਹੋ ਜਿਹੀ ਡਰੱਗ ਜਿਹੜੀ ਇੱਕ ਲੋ ਡੋਜ਼ ਸਟੀਰੋਇਡ ਆ ਜਿਹੜੇ ਜੋੜਾਂ ਦੇ ਦਰਦ ਵਾਸਤੇ ਵਰਤੀ ਜਾਂਦੀ ਹੈ ਡੈਕਸਾਮੈਥਾਜ਼ੋਨ ਕਹਿ ਰਿਹਾ ਕਿ ਇਹ ਹੋ ਸਕਦਾ ਕਰੋਨਾ ਵਾਇਰਸ ਦਾ ਇਲਾਜ ਹੈ। ਸੁਖੀ ਆਈ ਐਮ ਸੋ ਹੈਪੀ ਆਈ ਐਮ ਵੈਰੀ ਹੈਪੀ। ਦੇਖੋ ਸਾਰੀ ਦੁਨੀਆ ਦੇ ਵਿੱਚ ਜਿੰਨੀਆਂ ਵੱਖਰੀਆਂ ਲੈਬਸ ਆ ਨਾ ਸਾਰਿਆਂ ਦੇ ਵਿੱਚ ਅੱਜ ਇੱਕੋ ਚੀਜ਼ ਲੱਭੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਦਾ ਇਲਾਜ ਕਿਸ ਤਰ੍ਹਾਂ ਹੋ ਸਕਦਾ ਔਰ ਹੁਣ ਜਿਹੜੀ ਲੇਟੈਸਟ ਰਿਪੋਰਟ ਆਈ ਹੈ ਬੜੀ ਜਲਦੀ ਹੁਣ 3-4 ਘੰਟੇ ਪਹਿਲਾਂ ਉਹਦੇ ਵਿੱਚ ਯੂਕੇ ਤੋਂ ਉਹਨਾਂ ਨੇ ਦੱਸਿਆ ਉਹ ਕਹਿੰਦੇ ਤਕਰੀਬਨ 5000 ਲੋਕਾਂ ਦੇ ਉੱਪਰ ਅਸੀਂ ਟੈਸਟਿੰਗ ਕਰ ਰਹੇ ਸੀ। 5000 ਲੋਕਾਂ ਦੇ ਵਿੱਚੋਂ ਉਹ ਕਹਿੰਦੇ ਡੈਕਸਾਮੈਥਾਜ਼ੋਨ ਇਹ ਵਾਲੀ ਜਿਹੜੀ ਡਰੱਗ ਹੈਗੀ ਹੈ ਇਹ ਲੋ ਡੋਜ਼ ਸਟੀਰੋਇਡ ਜਿਹੜੀ ਤੁਸੀਂ ਕਹਿ ਰਹੇ ਹੋ ਹੁਣੇ ਇਹ ਕਹਿੰਦੇ ਬਹੁਤ ਸਾਰੇ ਲੋਕਾਂ ਦੇ ਕੰਮ ਕੀਤੀ ਹੈ। ਬਹੁਤ ਸਾਰੇ ਲੋਕਾਂ ਦੇ ਸਹੀ ਮਾਇਨਿਆਂ ਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਵੈਂਟੀਲੇਟਰ ਤੇ ਸੀ ਪਹਿਲੀ ਗੱਲ ਤਾਂ ਇਹ ਹੈ ਵੀ 20 ਲੋਕਾਂ ਨੂੰ ਜੇ ਕਰੋਨਾ ਵਾਇਰਸ ਹੁੰਦਾ ਉਹਦੇ ਵਿੱਚੋਂ 19 ਨੂੰ ਹਸਪੀਟਲ ਜਾ ਕੇ ਉੱਥੇ ਰਹਿਣ ਦੀ ਜ਼ਰੂਰਤ ਨਹੀਂ ਪੈਂਦੀ ਲੋਕ ਆਪੇ ਠੀਕ ਹੋ ਜਾਂਦੇ ਪਹਿਲਾਂ ਪਤਾ ਲੱਗ ਜਾਂਦਾ ਨਾ। ਯੂਕੇ ਵਾਲੇ ਕਹਿੰਦੇ 5000 ਲੋਕ ਜਿਹੜੇ ਹੁਣ ਤੱਕ ਮਤਲਬ ਸਾਡੇ ਬਚਾਏ ਜਾ ਸਕਦੇ ਸੀ ਕਿਉਂਕਿ ਯੂਕੇ ਦੇ ਵਿੱਚ ਡੈਥ ਬਹੁਤ ਹੈ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਇੱਕ ਤੇ ਵੀਅਰਸ ਦਾ ਸਵਾਗਤ ਹੈ ਅੱਜ ਦੇ ਮਾਰਨਿੰਗ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੀ ਆਪਣੀ ਸੁਖੀ। ਗੁੱਡ ਮਾਰਨਿੰਗ ਟੂ ਐਵਰੀਵਨ ਇਨ BC ਐਂਡ ਜਿੰਨੇ ਵੀ ਅੱਜ ਸਾਡੇ ਨਾਲ ਦੁਨੀਆ ਭਰ ਜੁੜੇ ਆ ਤੁਹਾਡਾ ਨਿੱਘਾ ਜੀ ਆਇਆਂ ਨੂੰ ਤੇ ਸਵਾਗਤ ਆ। ਜੇ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਵੈਲਕਮ ਟੂ ਦ ਸ਼ੋਅ ਐਂਡ ਡੋਂਟ ਫੋਰਗੇਟ ਟੂ ਪ੍ਰੈਸ ਲਾਈਕ ਐਂਡ ਸ਼ੇਅਰ ਐਂਡ ਜੇ ਤੁਸੀਂ YouTube ਤੇ ਸਬਸਕ੍ਰਾਈਬ ਕੀਤਾ ਚੈਨਲ ਪੰਜਾਬੀ ਦੇ ਪੇਜ ਨੂੰ ਮੇਕ ਸ਼ੋਰ ਯੂ ਸ਼ੇਅਰ ਇਟ ਐਂਡ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ। ਸੋ ਅੱਜ ਤੁਹਾਡੇ ਵਾਸਤੇ ਹਮੇਸ਼ਾ ਦੀ ਤਰ੍ਹਾਂ ਇੱਕ ਰੰਗ ਪ੍ਰੋਗਰਾਮ ਲੈ ਕੇ ਆਏ ਹਾਂ ਮੈਂ ਤੇ ਮੇਰੀ ਬਿਊਟੀਫੁਲ ਕੋ-ਹੋਸਟ ਅੰਮ੍ਰਿਤ ਪੱਟੀ ਐਂਡ ਸੋ ਜਿਹੜੇ ਅੱਜ ਦੇ ਹੈਡਲਾਈਨਸ ਨਵੀਆਂ ਤਾਜ਼ੀਆਂ ਤੇ ਇੱਕ ਹਮੇਸ਼ਾ ਦੀ ਤਰ੍ਹਾਂ ਇੱਕ ਹਾਈਲਾਈਟ ਸੈਗਮੈਂਟ ਤੁਹਾਡੇ ਵਾਸਤੇ ਪੇਸ਼ ਆ ਲਾਈਫ ਤੇ ਕ੍ਰਿਟੀਕਲ ਇੰਸ਼ੋਰੈਂਸ ਜਿਹੜੀ ਆ ਕਿਉਂ ਜ਼ਰੂਰੀ ਆ ਕਿਉਂ ਉਹਦੇ ਵਿੱਚ ਆਪ ਨੂੰ ਆਪਣਾ ਜਿਹੜਾ ਟਾਈਮ ਹੈ ਇਨਵੈਸਟ ਕਰਨਾ ਚਾਹੀਦਾ ਉਹਦੇ ਜਿਹੜੇ ਕੁਐਸਚਨਸ ਆ ਅੱਜ ਸਾਡੇ ਇੱਕ ਸਪੈਸ਼ਲਿਸਟ ਆ ਰਹੇ ਆ AMC ਇੰਸ਼ੋਰੈਂਸ ਤੋਂ ਗੁਰਨੀਤ ਬਾਲ। ਸੋ ਅੱਗੇ ਜਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਪਰ ਅੱਜ ਦੀ ਸ਼ੋਅ ਦੀ ਸ਼ੁਰੂਆਤ ਕਰੀਏ ਆਓ ਆਪਾਂ ਰਲ ਕੇ ਸਵਾਗਤ ਕਰੀਏ ਅੰਮ੍ਰਿਤ ਪੱਟੀ ਜੀ ਦਾ। ਅੰਮ੍ਰਿਤ ਜੀ ਗੁੱਡ ਮਾਰਨਿੰਗ ਸੁਖੀ ਐਂਡ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਥੈਂਕ ਯੂ ਮੇਰੀ ਐਬਸੈਂਸ ਦੇ ਵਿੱਚ ਤੁਸੀਂ ਸ਼ੋਅ ਬਹੁਤ ਸੋਹਣੇ ਤਰੀਕੇ ਨਾਲ ਹੈਂਡਲ ਕਰਦੇ ਆ ਬਟ ਵੀ ਮਿਸਡ ਯੂ। ਇੰਨੀਆਂ ਛੁੱਟੀਆਂ ਤੁਹਾਨੂੰ ਅਲਾਉਡ ਨਹੀਂ ਹੈਗੀਆਂ ਇੰਨੀਆਂ ਛੁੱਟੀਆਂ ਨਹੀਂ ਕਰਨੀਆਂ ਬਸ ਕਦੀ ਛੁੱਟੀ ਵੀ ਜ਼ਰੂਰੀ ਆ ਕਿਤੇ ਤੁਹਾਨੂੰ ਵੀ ਅਸੀਂ ਮੌਕਾ ਦੋਗੇ ਪਰ ਹਾਲੇ ਨਹੀਂ। ਸੋ ਇਸ ਆਸ ਤੇ ਨਾ ਬੈਠੇ ਵੀ ਤੁਹਾਨੂੰ ਛੇਤੀ ਕਿਤੇ ਛੁੱਟੀ ਮਿਲ ਜਾਊਗੀ। ਬਿਲਕੁਲ ਸਹੀ। ਸੋ ਗ੍ਰੇਟ ਸ਼ੋ ਯੈਸਟਰਡੇ ਵੈਰੀ ਇਨਫੋਰਮੇਟਿਵ ਖਾਸ ਕਰਕੇ ਜਿਹੜੇ ਆਈ ਥਿੰਕ ਇੰਪੋਰਟੈਂਟ ਟੌਪਿਕਸ ਹੁੰਦੇ ਆ ਸਾਡੇ ਵਾਸਤੇ। ਕੱਲ ਤੁਸੀਂ ਗੱਲ ਕੀਤੀ ਸੀਗੀ ਪਾਵਰ ਆਫ ਅਟਰਨੀ ਵਿਲਸ ਬਹੁਤ ਜ਼ਰੂਰੀ ਇਹ ਚੀਜ਼ਾਂ ਜਿਹੜੇ ਕਨਵਰਸੇਸ਼ਨਸ ਤੋਂ ਆਪਾਂ ਡਰਦੇ ਹਾਂ। ਸੋ ਅੱਗੇ ਜਾ ਕੇ ਵੀ ਜਿਹੜੇ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇੰਸ਼ੋਰੈਂਸ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਅੱਜ ਕਰਕੇ ਜਿਹੜੇ ਕਨਵਰਸੇਸ਼ਨਸ ਦੇ ਨੀਡ ਟੂ ਬੀ ਹੈਵ ਬਹੁਤ ਜ਼ਰੂਰੀ। ਯੈਸ ਡੈਫੀਨਿਟਲੀ ਖਾਸ ਕਰਕੇ ਅੱਜ ਦੇ ਕਰੋਨਾ ਦੇ ਯੁੱਗ ਦੇ ਵਿੱਚ। ਐਗਜ਼ੈਕਟਲੀ। ਸੋ ਇੱਕ ਖੁਸ਼ਖਬਰੀ ਜਿਹੜੀ ਯੂਕੇ ਤੋਂ ਆਈ ਅੱਜ ਸਵੇਰੇ ਆਪਾਂ ਨੂੰ ਮਿਲੀ ਆ ਯੂਕੇ ਦਾ ਆਪਣਾ ਪਤਾ ਵੀ ਕਈ ਉੱਥੇ ਸਟੱਡੀਜ਼ ਚੱਲਦੀਆਂ ਆ ਕਰੋਨਾ ਵਾਇਰਸ ਦੀ ਵੈਕਸੀਨ ਲੱਭਣ ਦੇ ਵਿੱਚ ਪਰ ਇੱਕ ਇਹੋ ਜਿਹੀ ਡਰੱਗ ਜਿਹੜੀ ਇੱਕ ਲੋ ਡੋਜ਼ ਸਟੀਰੋਇਡ ਆ ਜਿਹੜੇ ਜੋੜਾਂ ਦੇ ਦਰਦ ਵਾਸਤੇ ਵਰਤੀ ਜਾਂਦੀ ਹੈ ਡੈਕਸਾਮੈਥਾਜ਼ੋਨ ਕਹਿ ਰਿਹਾ ਕਿ ਇਹ ਹੋ ਸਕਦਾ ਕਰੋਨਾ ਵਾਇਰਸ ਦਾ ਇਲਾਜ ਆ। ਸੁਖੀ ਆਈ ਐਮ ਸੋ ਹੈਪੀ ਆਈ ਐਮ ਵੈਰੀ ਹੈਪੀ। ਦੇਖੋ ਸਾਰੀ ਦੁਨੀਆ ਦੇ ਵਿੱਚ ਜਿੰਨੀਆਂ ਵੱਖਰੀਆਂ ਲੈਬਸ ਆ ਨਾ ਸਾਰਿਆਂ ਦੇ ਵਿੱਚ ਅੱਜ ਇੱਕੋ ਚੀਜ਼ ਲੱਭੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਦਾ ਇਲਾਜ ਕਿਸ ਤਰ੍ਹਾਂ ਹੋ ਸਕਦਾ ਔਰ ਹਰ ਇੱਕ ਜਿਹੜੀ ਲੈਬ ਹੈ ਆਪਣੀ ਰਿਪੋਰਟ ਜਿਹੜੀ ਆ ਉਹ ਸਾਰੀ ਦੀ ਸਾਰੀ ਦੇ ਰਹੀ ਹੈ ਸਾਰੀ ਦੁਨੀਆ ਨੂੰ ਦੇ ਰਹੀ ਹੈ WHO ਨੂੰ ਦੇ ਰਹੀ ਹੈ ਔਰ ਹੁਣ ਜਿਹੜੀ ਲੇਟੈਸਟ ਰਿਪੋਰਟ ਆਈ ਹੈ ਬੜੀ ਜਲਦੀ ਹੁਣ 3-4 ਘੰਟੇ ਪਹਿਲਾਂ ਉਹਦੇ ਵਿੱਚ ਯੂਕੇ ਤੋਂ ਉਹਨਾਂ ਨੇ ਦੱਸਿਆ ਉਹ ਕਹਿੰਦੇ ਤਕਰੀਬਨ 5000 ਲੋਕਾਂ ਦੇ ਉੱਪਰ ਅਸੀਂ ਟੈਸਟਿੰਗ ਕਰ ਰਹੇ ਸੀਗੇ। 5000 ਲੋਕਾਂ ਦੇ ਵਿੱਚੋਂ ਉਹ ਕਹਿੰਦੇ ਡੈਕਸਾਮੈਥਾਜ਼ੋਨ ਇਹ ਵਾਲੀ ਜਿਹੜੀ ਡਰੱਗ ਹੈਗੀ ਹੈ ਇਹ ਲੋ ਡੋਜ਼ ਸਟੀਰੋਇਡ ਜਿਹੜੀ ਤੁਸੀਂ ਕਹਿ ਰਹੇ ਹੋ ਹੁਣੇ ਇਹ ਕਹਿੰਦੇ ਬਹੁਤ ਸਾਰੇ ਲੋਕਾਂ ਦੇ ਕੰਮ ਕੀਤੀ ਹੈ। ਬਹੁਤ ਸਾਰੇ ਲੋਕਾਂ ਦੇ ਸਹੀ ਮਾਇਨਿਆਂ ਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਵੈਂਟੀਲੇਟਰ ਤੇ ਸੀ ਪਹਿਲੀ ਗੱਲ ਤਾਂ ਇਹ ਹੈ ਵੀ 20 ਲੋਕਾਂ ਨੂੰ ਜੇ ਕਰੋਨਾ ਵਾਇਰਸ ਹੁੰਦਾ ਉਹਦੇ ਵਿੱਚੋਂ 19 ਨੂੰ ਹਸਪੀਟਲ ਜਾ ਕੇ ਉੱਥੇ ਰਹਿਣ ਦੀ ਜ਼ਰੂਰਤ ਨਹੀਂ ਪੈਂਦੀ ਲੋਕ ਆਪੇ ਠੀਕ ਹੋ ਜਾਂਦੇ। 1% ਜਿਹੜਾ 20 ਚੋਂ ਇੱਕ ਬੰਦਾ ਹੈ ਜਿਹੜਾ ਉਹ ਜਾਂਦਾ ਹੈਗਾ ਹਸਪੀਟਲ ਦੇ ਵਿੱਚ ਫਿਰ ਉਹਨੂੰ ਵੈਂਟੀਲੇਟਰ ਤੇ ਪਾਇਆ ਜਾਂਦਾ ਤੇ ਜਾਂ ਫਿਰ ਉਹਦੀ ਤਬੀਅਤ ਜਦੋਂ ਜ਼ਿਆਦਾ ਖਰਾਬ ਹੁੰਦੀ ਹੈ ਆਕਸੀਜਨ ਦੇ ਉੱਪਰ ਹੁੰਦਾ। ਹੁਣ ਜਿਹੜੇ ਲੋਕ ਵੈਂਟੀਲੇਟਰ ਦੇ ਉੱਪਰ ਹੈ ਜਦੋਂ ਉਹਨਾਂ ਦੇ ਉੱਪਰ ਇਹ ਡਰੱਗ ਨੂੰ ਯੂਜ਼ ਕੀਤਾ ਗਿਆ ਉਹ ਕਹਿੰਦੇ 1/3 1/3 ਲਾਈਕ 33% ਦੇ ਨੇੜੇ ਉਹ ਜਿਹੇ ਪੇਸ਼ੈਂਟ ਹੈ ਜਿਨ੍ਹਾਂ ਦੇ ਵਿੱਚ ਡੈਥ ਦਾ ਰਿਸਕ ਬਹੁਤ ਘਟ ਗਿਆ। That's brilliant. That's such good news. 33%. Yes. ਔਰ ਆਕਸੀਜਨ ਤੇ ਜਿਹੜੇ ਆਲਮੋਸਟ ਬਹੁਤ ਜ਼ਿਆਦਾ ਸਿਕ ਸੀ
ਉਹਦੇ ਵਿੱਚੋਂ 5 ਚੋਂ ਇੱਕ ਦਾ ਜਿਹੜਾ ਹੈਗਾ ਡੈਥ ਰਿਸਕ ਉਹ ਬਹੁਤ ਘਟ ਗਿਆ, great news, which is very good. So That's we great. are Sukhi almost there. ਕਿਉਂਕਿ ਆਪਾਂ ਜਾਣਦੇ ਆ ਵੀ ਕਿੰਨੇ ਪੈਸੇ ਜਿਹੜੇ ਕੰਟਰੀਜ਼ ਨੇ ਇਨਵੈਸਟ ਕੀਤੇ ਹੋਏ ਆ, ਖਾਸ ਕਰਕੇ ਵਿਦ ਦ ਵਰਲਡ ਹੈਲਥ ਆਰਗੇਨਾਈਜੇਸ਼ਨ, ਕਿੰਨੀਆਂ ਟ੍ਰਾਇਲਸ ਦੁਨੀਆ ਭਰ ਹੋ ਰਹੀਆਂ ਆ, ਕੈਨੇਡਾ, ਚਾਈਨਾ, ਇੰਡੀਆ ਤੇ ਯੂਕੇ। ਆਪਾਂ ਜਾਣਦੇ ਆ ਕਿ ਉਹ ਥੋੜੇ ਜਿਹੇ ਅੱਗੇ ਸੀ ਇਹਨੂੰ ਲੈ ਕੇ, ਸੋ ਵੈਕਸੀਨ ਡਿਵੈਲਪ ਕਰਨ ਦੇ ਵਿੱਚ, ਪਰ ਹੋ ਸਕਦਾ ਵੈਕਸੀਨ ਹੀ ਵੀ ਜਿਹੜੀ ਆਲਰੇਡੀ ਪ੍ਰੀ ਐਗਜ਼ਿਸਟਿੰਗ ਇੱਕ ਡਰੱਗ ਆ, ਜਿਹੜੇ ਹੋਰ ਆਪਾਂ ਜਾਣਦੇ ਆ ਵੀ ਇਹ ਬਲੱਡ ਪ੍ਰੈਸ਼ਰ ਵਾਸਤੇ ਵੀ ਟ੍ਰੀਟ ਕੀਤੀ ਜਾਂਦੀ, ਹੋਰ ਵੀ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਜੋੜਾਂ ਦੇ ਦਰਦਾਂ ਵਾਸਤੇ ਵੀ ਹੋ ਸਕਦਾ ਉਹ ਦਵਾਈ ਆਪਣੀ ਆਲਰੇਡੀ ਵਿੱਚ ਹੈਗੀ ਆ, ਉਹਦੇ ਆਲਰੇਡੀ ਟ੍ਰਾਇਲਸ ਹੋ ਹਟੇ ਆ, ਉਹਨਾਂ ਦੇ ਸਾਈਡ ਇਫੈਕਟਸ ਦਾ ਪਤਾ ਆ। ਸੋ ਦਿਸ ਇਜ਼ ਗ੍ਰੇਟ ਨਿਊਜ਼, ਲੈਟਸ ਹੋਪ। it's not expensive, ਇਹ ਬਹੁਤ ਜ਼ਿਆਦਾ ਸਸਤੀ ਆ। ਔਰ ਦੂਸਰੀ ਵੱਡੀ ਗੱਲ ਪਤਾ ਕਿ ਜੇ ਪਹਿਲਾਂ ਪਤਾ ਲੱਗ ਜਾਂਦਾ ਨਾ, ਯੂਕੇ ਵਾਲੇ ਕਹਿੰਦੇ 5000 ਲੋਕ ਜਿਹੜੇ ਹੁਣ ਤੱਕ ਮਤਲਬ ਸਾਡੇ ਬਚਾਏ ਜਾ ਸਕਦੇ ਸੀ, ਕਿਉਂਕਿ ਯੂਕੇ ਦੇ ਵਿੱਚ ਡੈਥ ਬਹੁਤ ਜ਼ਿਆਦਾ। ਪਰ ਉਹ ਇੱਥੇ ਗੱਲ ਆ ਜਾਂਦੀ ਵੀ ਜਦੋਂ ਚੀਜ਼ ਆਉਣੀ ਆ ਉਦੋਂ ਹੀ ਆਉਣੀ ਆ, ਸੋ they say, but at least we know that they were making some progress. Great news. ਸੋ ਜੇ ਆਪਾਂ ਪ੍ਰੋਗਰੈਸ ਦੀ ਗੱਲ ਕਰੀਏ, ਜਦੋਂ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਕਿਸੇ ਵੀ ਔਰਤ ਦੀ ਡੈਥ ਹੁੰਦੀ ਆ, ਮਰਡਰ ਉਹਦਾ ਹੁੰਦਾ, ਸਾਨੂੰ ਬਹੁਤ ਦੁੱਖ ਹੁੰਦਾ, ਖਾਸ ਕਰਕੇ ਜਿੱਥੇ ਡੋਮੈਸਟਿਕ ਅਬਿਊਜ਼ ਹੋਵੇ। ਇੱਕ ਇਹੋ ਜਿਹੀ ਸਟੋਰੀ ਆ ਸਾਡੇ ਸਰੀ ਦੇ ਵਿੱਚ, ਜੋ ਕਿ 2007 ਵਿੱਚ ਇਹ ਜਿਹੜੀ ਇਨਸੀਡੈਂਟ ਹੋਈ ਸੀਗੀ। ਫੈਬਰੂਅਰੀ 7 ਤਰੀਕ ਨੂੰ ਅਮਨਪ੍ਰੀਤ ਬਾਹੀਆ, ਜੋ ਕਿ ਸਿਰਫ 33 ਸਾਲਾਂ ਦੀ ਸੀਗੀ, ਉਹਦਾ ਕਤਲ ਕੀਤਾ ਗਿਆ। ਸਰੀ ਦੇ ਵਿੱਚ ਰਹਿੰਦੇ ਬੇਸਮੈਂਟ ਦੇ ਵਿੱਚ ਨਿਊਟਨ ਦੇ ਵਿੱਚ 3 ਛੋਟੇ ਬੱਚਿਆਂ ਦੀ ਉਹ ਮਾਂ ਸੀਗੀ, ਤੇ ਕਿਹਦਾ ਹੱਕ ਆ ਵੀ ਕਿਸੇ ਦੀ ਜਾਨ ਲੈਣ ਨੂੰ, ਪਰ ਕਿਹਨੇ ਇਹ ਅਰੇਂਜ ਕੀਤਾ? ਉਹਦੇ ਹਸਬੈਂਡ ਨੇ, ਹਰ ਹਸਬੈਂਡ ਐਂਡ ਹਿਜ਼ ਲਵਰ। ਸੋ ਜਿਹਦੇ ਨਾਲ ਉਹਦਾ ਅਫੇਅਰ ਸੀਗਾ, ਰੀਅਲਟਰ ਸੀਗਾ ਬਲਜਿੰਦਰ ਸਿੰਘ ਬਾਹੀਆ, ਉਹਦਾ ਹਸਬੈਂਡ। ਸੋ ਖੁਸ਼ਖਬਰੀ ਇਹ ਹੈ ਕਿ ਫਰਸਟ ਡਿਗਰੀ ਮਰਡਰ ਚਾਰजेस ਕੱਲ ਲੱਗੇ ਗਏ। ਵੈਰੀ ਗੁੱਡ। ਇੱਕ ਐਡਵਰਡ ਵਿਕਟੋਰੀਆਵਿਚ ਬੈਰਨਿਕ ਐਂਡ ਰੀਅਲਟਰ ਬਲਜਿੰਦਰ ਸਿੰਘ ਬਾਹੀਆ, ਜੋ ਕਿ ਅਮਨਪ੍ਰੀਤ ਦੇ ਹਸਬੈਂਡ ਹਨ। 11:20 ਫੈਬਰੂਅਰੀ 7 ਤਰੀਕ ਨੂੰ 2007 ਵਿੱਚ ਅਮਨਪ੍ਰੀਤ ਦੀ ਲਾਸ਼ ਲੱਭੀ ਸੀਗੀ। ਉਹਦੀ ਲਾਸ਼ ਇਹੋ ਜਿਹੇ ਤਰੀਕੇ ਨਾਲ ਲੱਭੀ ਆ ਕਿ ਉਹਦੀ ਜਿਹੜੀ ਛੋਟੀ ਬੱਚੀ ਆ, ਜੋ ਕਿ ਸਿਰਫ 1 ਸਾਲ ਦੀ ਸੀ, ਆਪਣੀ ਮਾਂ ਦੀ ਲਾਸ਼ ਦੇ ਕੋਲ ਬੈਠੀ ਸੀਗੀ। ਇੱਕ 3 ਸਾਲਾਂ ਦੀ ਉਹਨਾਂ ਦੀ ਬੱਚੀ ਸੀ, ਤੇ ਜੇ ਸਭ ਤੋਂ ਵੱਡੀ ਬੱਚੀ ਉਹ ਸਕੂਲੇ ਸੀਗੀ। ਤੇ BC ਸੁਪਰੀਮ ਕੋਰਟ ਨੇ ਇੱਕ ਹੋਰ ਕਨਵਿਕਸ਼ਨ ਕੀਤੀ ਹੈ, ਉਹ ਵੀ ਰੀਅਲਟਰ ਤਨਪ੍ਰੀਤ ਅਟਵਾਲ, ਜੋ ਕਿ ਉਸ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਸੀਗੀ ਜਦੋਂ ਇਹ ਮਰਡਰ ਹੋਇਆ ਆ। ਪੁਲਿਸ ਨੇ ਸਸਪੈਕਟ ਕੀਤਾ ਸੀਗਾ ਕਿ ਇਹਨਾਂ ਦਾ ਅਫੇਅਰ ਚੱਲ ਰਿਹਾ ਸੀਗਾ ਵਿਦ ਬਲਜਿੰਦਰ ਸਿੰਘ, ਤੇ ਇੱਕ ਅੰਡਰਕਵਰ ਜੋ ਆਪਰੇਸ਼ਨ ਕੀਤਾ ਗਿਆ ਸੀ ਪੁਲਿਸ ਵੱਲੋਂ, ਜਿਹੜੇ ਐਡਵਰਡ ਹੈਗੇ ਆ, ਉਹਨੇ ਦੱਸਿਆ ਕਿ ਅਟਵਾਲ ਜਿਹੜੀ ਸੀਗੀ ਉਹਨੇ $15,000 ਉਹਨੂੰ ਦਿੱਤਾ ਵੀ ਤੂੰ ਇਹ ਮਰਡਰ ਕਰ, ਤੇ ਤਾਂ ਕਿ ਉਹਦਾ ਤੇ ਬਲਜਿੰਦਰ ਦਾ ਵਿਆਹ ਹੋ ਜਾਵੇ। ਇਟਸ ਰੀਅਲੀ ਸੈਡ। ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਉੱਤੇ ਘਰ ਦੇ ਇੱਕ ਸੇਫ ਪਿਆ ਆ, ਤੂੰ ਸੇਫ ਨੂੰ ਵੀ ਚੋਰੀ ਕਰਨਾ ਆ, ਪਰ ਇਹ ਜਿਹੜਾ ਗੋਰਾ ਸੀ ਡਰ ਗਿਆ, ਕਹਿੰਦਾ ਮੈਂ ਗਿਆ ਨਹੀਂ, ਕਰਕੇ ਉੱਥੇ ਬੱਚੇ ਖੜੇ ਸੀਗੇ, ਉਹਦਾ ਕਰਕੇ ਮੈਂ ਸੋਚਿਆ ਵੀ ਮੈਂ ਇੱਥੋਂ ਨਿਕਲ ਜਾਵਾਂ ਤੇ ਚੰਗੀ ਗੱਲ ਆ। ਤੇ ਜਿਹੜੇ ਨਾਈਫ ਦੇ ਨਾਲ ਉਹਨੇ ਕਤਲ ਕੀਤਾ, 30 ਵਾਰੀ ਉਹਦੀ ਧੌਣ ਤੇ ਢੂਈ ਦੇ ਵਿੱਚ ਉਹਨੂੰ ਸਟੈਬ ਕੀਤਾ 30 ਟਾਈਮਸ। ਤੁਸੀਂ ਇਮੇਜਿਨ ਕਰ ਸਕਦੇ ਆ ਵੀ ਉਹ ਟਾਈਮ ਦੇ ਉੱਤੇ ਉਹ ਅਮਨਪ੍ਰੀਤ ਕਿੰਨੀ ਤੜਫੀ ਹੋਗੀ। ਤੇ ਉਹ ਨਾਈਫ ਬਾਅਦ 'ਚ ਉਹਦੇ ਬੱਚੇ ਤੇ ਨਾਈਫ ਫਰੇਜ਼ਰ ਰਿਵਰ ਦੇ ਵਿੱਚ ਸੱਟਿਆ ਗਿਆ। ਸੁਖੀ, ਇਸ ਸਾਰੇ ਦੇ ਵਿੱਚ ਨਾ ਇੱਕ ਖਾਸ ਗੱਲ ਜਿਹੜੀ ਉਸ ਵਿਅਕਤੀ ਨੂੰ ਪਹਿਲਾਂ ਸਮਝ ਆ ਜਾਣੀ ਚਾਹੀਦੀ ਸੀਗੀ, ਉਹ ਇਹ ਹੈ ਵੀ ਜੇ ਉਹ ਕਿਸੇ ਦੂਸਰੀ ਔਰਤ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਨਾ, ਤਾਂ ਉਹ ਬਿਨਾਂ ਇਸ ਆਪਣੀ ਵਾਈਫ ਨੂੰ ਮਰਡਰ ਕੀਤਿਆਂ ਵੀ ਕਰਵਾਇਆ ਜਾ ਸਕਦਾ, ਉਦਾਂ ਹੀ ਚੱਲ ਜਾਂਦਾ। ਉਸ ਤਰ੍ਹਾਂ ਜੇ ਡਿਵੋਰਸ ਬਣਿਆ ਨੇ, ਬਿਲਕੁਲ ਸਹੀ ਹੈ, ਜੇ ਡਿਵੋਰਸ ਜਿਹੜੇ ਬਣੇ ਨੇ ਉਹ ਇਸੇ ਕਾਰਨਾਂ ਦੇ ਕਰਕੇ ਬਣੇ ਆ। ਜੇ ਤੁਹਾਡੀ ਆਪਸ ਦੇ ਵਿੱਚ ਨਹੀਂ ਠੀਕ ਚੱਲ ਰਹੀ ਹੈਗੀ ਤਾਂ ਤੁਸੀਂ ਇੱਕ ਦੂਸਰੇ ਨੂੰ ਤਲਾਕ ਦਿਓ ਤੇ ਆਪਣੀ ਲਾਈਫ ਸ਼ੁਰੂ ਕਰੋ। ਤਲਾਕ ਕੋਈ ਐਡਾ ਵੱਡਾ ਸਟਿਗਮਾ ਨਹੀਂ ਹੈ ਜਿਹੜਾ ਹੁਣ ਆਹ ਮਰਡਰ ਵਾਲਾ ਸਟਿਗਮਾ ਉਹਨੇ ਆਪਣੇ ਆਪ ਤੇ ਨਾਲੇ 2007 ਦੇ ਵਿੱਚ ਤਾਂ ਆਪਾਂ ਕਹਿ ਸਕਦੇ ਵੀ ਡਿਵੋਰਸ ਇੰਨਾ ਕਾਮਨ ਹੈਗਾ ਆ। ਇਟਸ ਨਾਟ ਲਾਈਕ ਇਟਸ ਸਮਥਿੰਗ ਦੈਟ ਯੂ ਨੀਡ ਟੂ ਡੂ। ਉਹਨੂੰ ਮਾਰਨ ਦੀ ਕੀ ਲੋੜ ਸੀ? ਉਹ ਜਿਹੜੀਆਂ 3 ਬੱਚਆਂ ਬਿਨਾਂ ਮਾਂ ਤੋਂ ਇਸ ਵੇਲੇ ਤੜਫ ਰਹੀਆਂ ਆ। ਤੁਸੀਂ ਇੰਨੇ ਬੁਰੇ ਸਲੂਕ ਦੇ ਨਾਲ ਉਹਦਾ ਮਰਡਰ ਕੀਤਾ, 30 ਵਾਰੀ ਨਾਈਫ ਮਾਰਨਾ ਕਿਸੇ ਦੇ ਧੌਣ ਤੇ ਬੈਕ ਦੇ ਵਿੱਚ ਵੀ, ਇਹ ਬਾਰਬੇਰੀਅਨ ਜਿਹੜਾ ਐਕਟ ਆ, ਹਾਊ ਡੂ ਯੂ justify that? ਸਮਝ ਹੀ ਨਹੀਂ ਆਉਂਦੀ ਹੈ ਕਿ ਆਪਣੀ ਕਮਿਊਨਿਟੀ ਦੇ ਵਿੱਚ ਨਾ ਇੱਕ ਖਾਸ ਗੱਲ ਹੈ ਜਿਹੜੀ ਦੇਖਣ ਦੇ ਵਿੱਚ ਆਈ ਹੈ ਕਿ ਲੋਕ ਇੱਕ ਦੂਸਰੇ ਨੂੰ ਮਾਰਨਾ ਪਸੰਦ ਕਰਦੇ ਨੇ, ਇੱਕ ਦੂਸਰੇ ਤੋਂ ਵੱਖਰੇ ਹੋ ਕੇ ਇੱਕ ਦੂਸਰੇ ਨਾਲ ਨਫ਼ਰਤ ਕਰਨ ਲੱਗ ਜਾਂਦੇ ਨੇ, ਲੇਕਿਨ ਆਰਾਮ ਦੀ ਜ਼ਿੰਦਗੀ ਨਹੀਂ ਕੱਟ ਸਕਦੇ ਹੈਗੇ। ਇਹ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਸਾਡੀ ਜਿਹੜੀ ਆਪਣੀ ਸੁਸਾਇਟੀ ਦੇ ਵਿੱਚ। ਇੱਕ ਹੋਣਹਾਰ, ਸਪੈਸ਼ਲੀ ਇੰਡੀਅਨ ਸੁਸਾਇਟੀ। ਡੈਫੀਨਿਟਲੀ ਹੋਣਹਾਰ, she had a bright future ahead of her, ਤੇ ਉਹਦੀ ਲਾਈਫ ਤੇ $15,000 ਦਾ ਕਰਕੇ ਇੰਨੇ ਜਿਹੜਾ ਸਟੈਪ ਚੁੱਕਿਆ ਇਸ ਗੋਰੇ ਨੇ ਜਿਹੜੇ ਉਹਦੇ ਮਾਰੇ ਆਇਆ, and just so these two realtors could get married to each other, it's unreal.
ਔਰ ਇਹ ਜਿਹੇ ਲੋਕ ਇਹ ਸੋਚਦੇ ਨਹੀਂ ਹੈਗੇ ਵੀ ਜਦੋਂ ਮੈਂ ਇੱਕ ਪੇਰੈਂਟ ਦਾ ਕਤਲ ਕਰਵਾ ਦੇਣਾ, ਦੂਸਰਾ ਪੇਰੈਂਟ ਕਦੇ ਨਾ ਕਦੇ ਫੜਿਆ ਜਾਣਾ, ਉਹ ਹਮੇਸ਼ਾ ਦੇ ਲਈ ਜੇਲ੍ਹ ਚਲ ਜਾਣਾ। ਜਿਹੜੇ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਬੱਚੇ ਤਾਂ ਵੈਸੇ ਹੀ ਰੁਲ ਗਏ। ਹਾਂਜੀ ਬਿਲਕੁਲ। ਉਹ ਬੱਚੇ ਜਿਹੜੇ ਨੇ ਜਾਂ ਤਾਂ ਕਿਸੇ ਗ੍ਰੈਂਡ ਪੇਰੈਂਟਸ ਕੋਲ ਰਹਿਣਗੇ ਜਾਂ ਫਿਰ ਉਹਨਾਂ ਨੂੰ ਚਾਈਲਡ ਪ੍ਰੋਟੈਕਸ਼ਨ ਸਰਵਿਸਿਜ਼ ਲੈ ਕੇ ਜਾਣਗੀਆਂ, ਉਹਨਾਂ ਦੀ ਲਾਈਫ ਤਾਂ ਟੋਟਲੀ ਖਤਮ ਹੋ ਗਈ। ਮਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਹੁਣ ਤੇ ਉਹਨਾਂ ਦਾ ਸਾਰੀ ਉਮਰ ਜੇਲ੍ਹ ਦੇ ਪਿੱਛੇ। ਮੈਂ ਕਹਿੰਦੀ ਹਾਂ ਅਜਿਹੇ ਵਿਅਕਤੀ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਰੱਖਣਾ ਚਾਹੀਦਾ। I hope so, and I hope the bail is high. I hope there's no chance of parole, and he deserves to be behind bars. And I'm glad ਕਿ ਚੱਲ you know what, ਭਾਵੇਂ 13 ਸਾਲਾਂ ਬਾਅਦ ਹੀ ਜੋ ਇਹਨਾਂ ਨੇ ਕਨਵਿਕਸ਼ਨ ਕੀਤੀ ਆ ਹੋਈ ਤਾਂ ਹੈਗੀ ਆ, and may her soul rest in peace knowing that they're finally been caught. ਬਿਲਕੁਲ ਬਿਲਕੁਲ। ਅੰਮ੍ਰਿਤ, ਇੱਕ ਫਰੇਜ਼ਰ ਹੈਲਥ ਵੱਲੋਂ ਇੱਕ ਜ਼ਰੂਰੀ ਸੂਚਨਾ, ਜਿਹੜੇ ਖਾਸ ਕਰਕੇ ਐਬਸਫੋਰਡ ਨਿਵਾਸੀ ਆ ਜਾਂ ਜਿਹੜੇ ਐਬਸਫੋਰਡ ਦੇ ਵਿੱਚ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਸਾਹਿਬ ਨੂੰ ਗਏ ਹੋਏ ਸੀਗੇ ਜੂਨ 7 ਤੇ 8 ਤਰੀਕ ਨੂੰ, ਕਹਿੰਦੇ ਆ ਵੀ ਸੰਗਤ ਦੇ ਵਿੱਚੋਂ ਇੱਕ ਜਾਣੇ ਨੂੰ ਉੱਥੇ ਕੋਵਿਡ ਦੀ ਸ਼ਿਕਾਇਤ ਸੀ, ਇੱਕ ਮਰੀਜ਼ ਸੀਗੇ। ਸੋ ਉਹਨਾਂ ਨੇ ਫਰੇਜ਼ਰ ਹੈਲਥ ਨੇ ਇੱਕ ਨਿਊਜ਼ ਰਿਲੀਜ਼ ਕੀਤੀ ਹੋਈ ਹੈ ਵੀ ਜਿਹੜਾ ਕੋਈ ਵੀ ਉੱਥੇ ਮੱਥਾ ਟੇਕਣ ਗਿਆ, ਸੰਗਤ ਦੇ ਵਿੱਚ ਉੱਥੇ ਕੋਈ ਗਿਆ, ਵੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਮੋਨੀਟਰ ਕਰਨ। ਵੈਸੇ ਚਾਂਸਸ ਬਹੁਤ ਘੱਟ ਆ ਕਿ ਕਿਸੇ ਨੂੰ ਇੱਦਾਂ ਕੰਟਰੈਕਟ ਹੋ ਸਕਦਾ, ਪਰ ਆਪਾਂ ਜਾਣਦੇ ਆ ਜਿਹੜੀ ਕੋਵਿਡ ਆ ਡ੍ਰੌਪਲੇਟਸ ਦਾ ਕਰਕੇ ਹੋ ਜਾਂਦੀ ਆ, ਜੇ ਕੋਈ ਖੰਘਦਾ ਆ ਥੁੱਕ ਰਾਹੀਂ, ਮਿਊਕਸ ਫਰਮ ਦਾ ਮਾਊਥ, ਨੋਜ਼ ਜਾਂ ਥਰੋਟ ਦੇ ਵਿੱਚੋਂ। ਸੋ ਸਮਾਲ ਚਾਂਸ ਹੈਗਾ ਕਿ ਉਹ ਐਕਸਪੋਜ਼ ਹੋਇਆ। ਸੋ ਜੂਨ 7 ਤੇ 8 ਤਰੀਕ ਨੂੰ ਜੇ ਕੋਈ ਵੀ ਗਿਆ ਆ ਦਰਬਾਰ ਸਾਹਿਬ ਉੱਥੇ ਮੱਥਾ ਟੇਕਣ, ਤੇ ਜੂਨ 22 ਤੱਕ ਕਰਕੇ ਆਪਾਂ ਨੂੰ ਪਤਾ ਵੀ 14 ਦਿਨਾਂ ਬਾਅਦ ਵੀ ਇਹ ਐਕਸਪੋਜ਼ਰ ਹੋ ਸਕਦੀ ਆ। ਆਪਣੇ ਹੈਲਥ ਨੂੰ ਤੁਸੀਂ ਮੋਨੀਟਰ ਕਰੋ। ਜੇ ਤੁਹਾਨੂੰ ਲੱਗਦਾ ਤੁਹਾਨੂੰ ਬੁਖਾਰ ਆ ਜਾਂ ਤੁਹਾਡਾ ਸਿਰ ਦੁਖਦਾ ਆ ਜਾਂ ਖੰਘ ਆ ਰਹੀ ਆ, ਤੇ ਤੁਸੀਂ ਜਾ ਕੇ ਜ਼ਰੂਰ you know go get checked for this. I have a question right ਇੱਥੇ ਰੁਕ ਕੇ ਜੀ, ਕਿ ਹਲੇ ਵੀ ਲੋਕ ਇਹ ਹਾਲਾਤਾਂ 'ਚ ਵੀ ਗੁਰਦੁਆਰੇ ਮੱਥਾ ਟੇਕਣ ਜਾ ਰਹੇ ਜਾਣਦੇ ਆ? ਇਹਦਾ ਮਤਲਬ ਕਲਗੀਧਰ ਗੁਰਦੁਆਰੇ ਦੇ ਵਿੱਚ ਜੇ ਇਹ ਪ੍ਰੈਸ ਰਿਲੀਜ਼ ਕੀਤੀ ਗਈ ਹੈ, ਲੋਕ ਉੱਥੇ ਇਕੱਠ ਦੇ ਵਿੱਚ ਮੱਥਾ ਟੇਕਣ ਜਾ ਰਹੇ ਆ। ਸੋ ਸਾਡੇ ਇੱਥੇ Very ਵੀ sad. ਯੂ ਨੋ ਸਾਡੇ ਜਿਹੜੇ ਪ੍ਰਬੰਧਕ ਆ ਦਸਮੇਸ਼ ਦਰਬਾਰ ਸਾਹਿਬ, ਜੋ ਕਿ ਇੱਥੇ ਸਰੀ ਦੇ ਵਿੱਚ ਆਪਾਂ ਰੋਜ਼ ਉੱਥੇ ਲਾਈਵ ਪ੍ਰੋਗਰਾਮਿੰਗ ਜਿਹੜੀ ਕਰਦੇ ਹਾਂ ਰਾਈਟ ਆਫਟਰ ਆਰ ਸ਼ੋ, ਉਹਨਾਂ ਦਾ ਵੀ ਇਹੀ ਕਹਿਣਾ ਵੀ ਅਸੀਂ ਬਹੁਤ ਸੰਗਤ ਦੇ ਮੋਰੇ ਅੱਗੇ ਬੇਨਤੀ ਕਰਦੇ ਹਾਂ ਵੀ ਤੁਸੀਂ ਨਾ ਆਓ, ਜੇ ਆਉਣਾ ਆ ਤੁਸੀਂ ਮੱਥਾ ਟੇਕ ਕੇ ਤੇ ਪਲੀਜ਼ ਲੀਵ as soon as possible, but they're having the same problem ਕਿ ਸਾਡੀ ਸੰਗਤ ਹਾਲੇ ਵੀ ਜਾ ਰਹੀ ਹੈ ਗੁਰਦੁਆਰੇ ਦੇ ਵਿੱਚ, they're not stopping, and you know what, ਇਹੀ ਡਰਿਆ ਕਰਕੇ ਹੁਣ ਤਾਂ ਆਪਾਂ ਵੇਖ ਵੀ ਲਿਆ, ਹੁਣ ਫਰੇਜ਼ਰ ਹੈਲਥ ਵੱਲੋਂ ਵੀ ਆ ਗਿਆ ਵੀ ਕੋਈ ਉੱਥੇ ਪਹੁੰਚਿਆ ਸੀ ਜਿਹੜਾ ਕੋਵਿਡ ਪੋਜ਼ਿਟਿਵ ਸੀਗਾ। ਬਟ ਹੁਣ ਸੰਗਤ ਨੂੰ ਇਹ ਗੱਲਾਂ ਤੋਂ ਪਛਾਣ ਹੋ ਜਾਣਾ ਚਾਹੀਦਾ ਵੀ ਜੇ ਉੱਥੇ ਮੱਥਾ ਟੇਕਣ ਗਏ ਤੇ ਰੱਬ ਜਿਹੜੀ ਆ ਉਹ ਕਿਰਪਾ ਕਰਦਾ ਤੇ ਉਸ ਤੋਂ ਬਾਅਦ ਕਰੋਨਾ ਨਹੀਂ ਹੋ ਕਹਿੰਦੇ ਸਕਦਾ। ਬਾਬੇ ਦਾ ਘਰ ਇੱਥੇ ਸ਼ਾਇਦ ਸਾਨੂੰ ਨਾ ਹੋਵੇ। ਬਾਬੇ ਦਾ ਘਰ ਜ਼ਰੂਰ ਹੈਗਾ, ਲੇਕਿਨ ਬਾਬਾ ਆਪਦੇ ਤੁਹਾਡੇ ਆਪਣੇ ਦਿਲਾਂ ਦੇ ਵਿੱਚ ਰਹਿੰਦਾ, ਸਾਡੇ ਸਾਰਿਆਂ ਦੇ ਦਿਲਾਂ 'ਚ ਰੱਬ ਵਸਦਾ ਜੀ। ਉੱਥੇ ਰੱਬ ਨੂੰ ਗੁਰਦੁਆਰੇ ਜਾ ਕੇ ਲੱਭਣਾ ਠੀਕ ਹੈ, ਚੰਗਾ ਲੱਗਦਾ ਹੈਗਾ, ਉੱਥੇ ਜਦੋਂ ਪਾਠ ਚੱਲਦਾ ਉਹਨੂੰ ਸੁਣਨਾ ਚੰਗਾ ਲੱਗਦਾ ਹੈ, ਲੇਕਿਨ ਅੱਜ ਹਾਲਾਤਾਂ ਵੇਖੋ। ਜਿਹੜਾ ਇਹ ਪਾਠ ਹੈ, ਸਾਡੇ ਵਰਗੇ ਜਿੰਨੇ ਵੀ ਟੀਵੀ ਚੈਨਲਸ ਨੇ, ਜਿੰਨੇ ਵੀ ਰੇਡੀਓ ਸਟੇਸ਼ਨਸ ਨੇ, ਉਹ ਏਅਰ ਕਰ ਰਹੇ ਨੇ, ਉਹ ਇਸੇ ਮਕਸਦ ਦੇ ਨਾਲ ਕਰ ਰਹੇ ਨੇ ਕਿ ਭਾਈ ਤੁਸੀਂ ਸਾਰੇ ਜਣੇ ਘਰਾਂ 'ਚ ਰਹੋ। ਜੇ ਤੁਸੀਂ ਪਾਠ ਸੁਣਨਾ ਤਾਂ ਚੈਨਲ ਪੰਜਾਬੀ ਔਨ ਕਰੋ, ਉਹਨਾਂ ਨੂੰ ਔਨ ਕਰਕੇ ਤੇ ਤੁਸੀਂ ਉੱਥੇ ਸੁਣ ਸਕਦੇ ਹੋ। ਜਦੋਂ ਤੱਕ ਇਹ ਹਿਦਾਇਤ ਨਹੀਂ ਦਿੱਤੀ ਜਾਂਦੀ ਹੈ ਕਿ ਕਿਉਂ ਜਾ ਰਹੇ ਹੋ ਗੁਰਦੁਆਰੇ, ਤੇ ਸ਼ਾਬਾਸ਼ ਉਹਨਾਂ ਦੇ ਜਿਹੜੇ ਬਿਮਾਰ ਹੋ ਕੇ ਜਾ ਰਹੇ ਆ, ਜਿਹੜੇ ਬਿਮਾਰ ਹੋ ਕੇ ਜਾ ਰਹੇ ਨੇ, ਬਿਲਕੁਲ ਸਹੀ ਗੱਲ ਹੈ। ਉਹਨਾਂ ਨੂੰ ਪਹਿਲੇ ਕੁਝ ਦਿਨ ਤਾਂ ਪਤਾ ਹੀ ਨਹੀਂ ਲੱਗਦਾ ਸੀ because you know it's so important। ਸਾਰੇ ਪਾਸੇ ਆਪਾਂ ਹੁਣ you know ਇਹ ਵੀ ਕਹਿ ਰਹੇ ਜਿਹੜੇ ਬੱਚੇ ਵੀ ਸਕੂਲਾਂ 'ਚ ਜਾਂਦੇ ਆ, ਜੇ ਸਿੱਖ ਆ, ਜੇ ਤੁਸੀਂ ਬਾਹਰ ਜਾਂਦੇ ਕਿਸੇ ਰੈਸਟੋਰੈਂਟ 'ਚ ਜਾਂਦੇ ਆ, ਤੁਸੀਂ ਕਿਤੇ ਗਰੋਸਰੀ ਸਟੋਰ 'ਚ ਜਾਂਦੇ ਆ, ਆਪਾਂ ਕਿੰਨੇ ਸਟੋਰਾਂ ਤੇ ਸੁਣਿਆ ਜਿਹੜਾ ਅੱਗੇ ਜਾ ਕੇ ਤੁਸੀਂ ਵੀ ਸਾਨੂੰ ਦੱਸਣਾ। ਪਰ ਜੇ ਤੁਸੀਂ ਬਿਮਾਰ ਆ ਘਰਾਂ ਦੇ ਵਿੱਚ ਰਹੋ, don't leave। Exactly, you don't need to go unless it's essential। ਤੁਹਾਨੂੰ ਗਰੋਸਰੀ ਲੈਣ ਦੀ ਲੋੜ ਆ, ਤੁਹਾਨੂੰ ਡਾਕਟਰ ਦੇਖਣ ਦੀ ਜ਼ਰੂਰਤ ਆ, ਜਾਂ ਤੁਸੀਂ ਕੋਈ ਐਮਰਜੈਂਸੀ ਲਈ ਚੱਲੇ ਆ, ਪਰ ਹਜੇ ਵੀ ਇਹ ਹਾਲਾਤ ਸੇਫ ਨਹੀਂ ਗੇ, ਘਰਾਂ 'ਚ ਰਹੋ। ਕਮਾਲ ਹੈ। ਵੈਸੇ ਬਹੁਤ ਦੇਰ ਤੋਂ ਡਾਕਟਰਸ ਰੌਲਾ ਪਾ ਰਹੇ ਆ, ਬਹੁਤ ਦੇਰ ਤੋਂ ਸਾਡੇ ਆਫੀਸ਼ੀਅਲਸ ਰੌਲਾ ਪਾ ਰਹੇ ਨੇ, ਸਾਡੀਆਂ ਸਰਕਾਰਾਂ ਰੌਲਾ ਪਾ ਰਹੀਆਂ ਨੇ, ਹਲੇ ਵੀ ਗੁਰਦੁਆਰੇ ਦੇ ਵਿੱਚ, ਮੰਦਿਰਾਂ ਦੇ ਵਿੱਚ ਭੀੜ ਹੈ। ਇਹ ਸੁਣ ਕੇ ਸੱਚੀ ਮੁੱਚੀ ਦਿਮਾਗ ਸੁੰਨ ਹੋਣਾ ਸ਼ੁਰੂ ਹੋ ਜਾਂਦਾ। ਹੁਣ ਤੁਸੀਂ ਇਹ ਹਿਸਾਬ ਲਾਓ ਕਿ ਜਿਹੜੇ ਹੁਣ ਉਸ ਤੋਂ ਬਾਅਦ ਉਹ ਜੂਨ 7 ਤੋਂ ਲੈ ਕੇ ਹੁਣ ਤਾਈਂ ਉੱਥੇ ਗਏ ਹੋਣੇ ਆ, ਅੱਜ ਉਹਨਾਂ ਤੇ ਕਿੰਨੀ ਪਰੇਸ਼ਾਨੀ ਹੋਗੀ। ਬਿਲਕੁਲ 14 ਦਿਨ ਹੁਣ ਘਰਾਂ ਦੇ ਅੰਦਰ ਬੰਦ ਨੇ, ਹੁਣ ਗੁਰਦੁਆਰੇ ਕਿਸ ਤਰ੍ਹਾਂ ਜਾਓਗੇ? ਜੇ ਜਾਓਗੇ ਤਾਂ ਘੱਟੋ ਘੱਟ ਦੂਸਰਿਆਂ ਨੂੰ ਬਿਮਾਰੀ ਦੇਣ ਵਾਸਤੇ ਜਾਓਗੇ। ਸੁਖੀ ਓਨਟਾਰੀਓ ਦੇ ਵਿੱਚ ਰਿਚਮੰਡ ਹਿੱਲ ਇੱਕ ਜਗ੍ਹਾ ਹੈ, ਇੱਕ ਸਿਟੀ ਹੈ, ਉਹਦੇ ਵਿੱਚ ਉਹ ਇੱਕ ਬਣਿਆ ਹੋਇਆ ਹੈ ਹੋਮ ਡਿਪੋ ਹਾਈਵੇ 7 ਦੇ ਉੱਪਰ ਤੇ ਯੰਗ ਸਟਰੀਟ ਦੇ ਉੱਪਰ। ਉਹਦੇ ਵਿੱਚ ਮਈ 30 ਤੋਂ ਜੂਨ 9 ਤੱਕ ਇਹ 10 ਦਿਨਾਂ ਦੇ ਵਿੱਚ ਜਿੰਨੇ ਵੀ ਲੋਕ ਉਸ ਹੋਮ ਡਿਪੋ ਤੇ ਗਏ ਨੇ, ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਸਟੇ ਹੋਮ ਫॉर ਨੈਕਸਟ 14 ਡੇਜ਼, ਕਿਉਂਕਿ ਉੱਥੋਂ ਦੇ 14 EMPLOYE
ਪੋਜ਼ਿਟਿਵ ਨਿਕਲੇ ਨੇ 14 EMPLOYee, wow. 14 Holy, EMPLOYEES that's huge. ਅੱਗੇ ਆਪਾਂ ਮੀਟ ਪਲਾਂਟਸ ਤੇ ਇੰਨੇ ਸੁਣੇ ਸੀਗੇ ਵੀ ਉੱਥੇ ਕਾਫੀ ਜਿਹੜੇ ਆ ਉੱਥੇ ਬਿਲਕੁਲ। EMPLOYEES ਆ, ਹੁਣ ਹੋਮ ਡੀਪੋ ਤੇ ਵੀ ਹੋਮ ਡਿਪੋ ਤੇ ਹਰ ਇੱਕ ਬੰਦਾ ਜਾਂਦਾ ਹੈ, ਜਾ ਕੇ ਉਹ ਚੀਜ਼ ਨੂੰ ਚੱਕਦਾ ਹੈ, ਚੀਜ਼ ਨੂੰ ਚੱਕ ਕੇ ਦੇਖਦਾ ਹੈ ਵੀ ਮੈਨੂੰ ਪਸੰਦ ਆ ਜਾਂ ਨਹੀਂ, ਵਾਪਸ ਰੱਖ ਦਿੰਦਾ ਹੈ। ਕਰੋਨਾ ਵਾਇਰਸ ਉੱਥੇ ਰੱਖਤਾ, ਦੂਜੇ ਨੇ ਆਇਆ, ਦੂਸਰੇ ਨੇ ਚੱਕਿਆ, ਕਰੋਨਾ ਵਾਇਰਸ ਲਿਆ ਤੇ ਉਹਨੇ ਅੱਗੇ ਸਪਰੈਡ ਕੀਤਾ। ਇਸੇ ਤਰ੍ਹਾਂ ਸਪਰੈਡ ਹੁੰਦਾ ਹੁੰਦਾ 14 ਤਾਂ EMPLOYEES ਜਿਹੜੇ ਨੇ ਉਹ ਨਿਕਲੇ ਨੇ। ਜੀ। ਹੁਣ ਕਿੰਨੇ ਕਸਟਮਰ ਨਿਕਲਣਗੇ ਇਹ ਹਲੇ ਪਤਾ ਨਹੀਂ। oh boy. ਹੁਣ ਜਿਹੜੇ 10 ਦਿਨਾਂ ਦੇ ਵਿੱਚ ਆਏ ਤਾਂ ਹੈ ਨਹੀਂ ਵੀ ਕੋਈ ਬੰਦਾ ਜਿਹੜਾ ਹੈਗਾ ਉਹ ਹੋਮ ਡਿਪੋ ਗਿਆ ਹੀ ਨਹੀਂ ਹੈਗਾ। ਅਸੀਂ ਸਾਰੇ ਜਣੇ ਜਦੋਂ ਗੁਰਦੁਆਰਿਆਂ 'ਚ ਤੁਰੇ ਫਿਰਦੇ ਹਾਂ, ਜਦੋਂ ਅਸੀਂ ਹੋਮ ਡਿਪੋਆਂ ਤੇ ਤੁਰੇ ਫਿਰਦੇ ਹਾਂ, ਤੇ ਫਿਰ ਸਰਕਾਰਾਂ ਨੂੰ ਬਲੇਮ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਵੀ ਸਰਕਾਰ ਕਰਦੀ ਕੁਛ ਨਹੀਂ। 100%. Why blame them ਜਦੋਂ ਅਸੀਂ ਆਪ ਹੀ ਨਹੀਂ ਘਰੇ Exactly. ਟਿਕਦੇ। ਆਹ ਸੋ ਹੋਮ ਡਿਪੋ ਤੇ ਜਿੰਨੇ ਵੀ ਲੋਕ ਉਸ ਟਾਈਮ ਗਏ ਸੀ, ਜੇ ਕੋਈ ਸੁਣ ਰਿਹਾ ਆਪਣਾ ਓਨਟਾਰੀਓ ਦੇ ਵਿੱਚ ਜਿੰਨੇ ਵੀ ਲੋਕ, ਸੋ ਉਹ ਯੰਗ ਸਟਰੀਟ ਐਂਡ ਹਾਈਵੇ 7 ਤੇ ਰਿਚਮੰਡ ਹਿੱਲ ਦੇ ਵਿੱਚ ਹੈ। And you know what, you've got children as well, you know, that can do it for you ਜੇ ਤੁਹਾਨੂੰ ਨਹੀਂ ਆਨਲਾਈਨ ਯੂਜ਼ ਕਰਨ ਦਾ ਆਉਂਦਾ। ਬਿਲਕੁਲ ਸੁਖੀ, ਹਮੇਸ਼ਾ ਤੋਂ ਸਾਡੇ ਸਾਰੇ ਲੋਕਾਂ ਦੀ ਇੱਕੋ ਪ੍ਰੋਬਲਮ ਰਹੀ ਹੈ, ਹਾਏ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਨੂੰ ਪਤਾ ਨਹੀਂ ਹੈਗਾ ਕਿ ਸਾਡੇ ਕੋਲ ਕਦੋਂ ਟਾਈਮ ਹੋਏਗਾ ਅਸੀਂ ਘਰੇ ਬੈਠ ਸਕਦੇ ਹਾਂ। ਅੱਜ ਸਾਨੂੰ ਟਾਈਮ ਮਿਲਿਆ, Yes. ਬੇਸ਼ੱਕ ਬਾਹਰ ਖਤਰਾ ਹੈ ਉਹਦੇ ਕਰਕੇ ਅਸੀਂ ਅੰਦਰ ਆ, ਬਟ ਅੱਜ ਸਾਡੇ ਕੋਲੇ ਸਮਾਂ ਹੈ ਕਿ ਅਸੀਂ ਘਰੇ ਰਹਿ ਕੇ ਆਪਣੀ ਇੱਕ ਡਿਫਰੈਂਟ ਲਾਈਫ ਨੂੰ ਇੰਜੋਏ ਕਰ ਸਕੀਏ। 100%. It's ਇੰਸਟੈਡ very ਆਫ ਕਿ ਅਸੀਂ ਗੁਰਦੁਆਰੇ ਤੁਰ ਜਾਈਏ, ਇੰਸਟੈਡ ਆਫ ਕਿ ਅਸੀਂ ਸ਼ਾਪਿੰਗ ਤੇ ਤੁਰ ਜਾਈਏ, ਤੁਰੇ ਫਿਰਦੇ ਰਹੀਏ। ਜੀ। ਬਿਲਕੁਲ। ਬਾਕੀ ਸਟੋਰ ਕਲੋਜ਼ਰਸ ਦਾ ਥੋੜਾ ਜਿਹਾ ਦੱਸੋ। ਮੈਨੂੰ ਪਤਾ ਜਿਹੜੇ ਸਮਾਲ ਬਿਜ਼ਨੈਸਸ ਕਾਫੀ ਹਰਟ ਹੋਇਆ ਇਹਦਾ ਕਰਕੇ, ਪਰ ਕਿ ਜਿਹੜੀ ਵੱਡੀਆਂ ਚੇਨਸ ਆ ਉਹ ਵੀ ਬੰਦ ਹੋਣ ਜਾ ਰਹੀਆਂ। ਹਾਏ ਸੁਖੀ, ਇਹ ਗੱਲ ਤਾਂ ਬਹੁਤ ਹਰਟ ਕਰਦੀ ਹੈ। ਹਾਂ ਸਹੀ ਹੈ, ਕਿਉਂਕਿ ਆਪਾਂ ਕਦੀ ਉਹ ਨਹੀਂ ਚੀਜ਼ ਹੋਣੀ ਜੋ ਅੱਗੇ ਸੀਗੀ। ਜਨਵਰੀ ਦੇ ਵਿੱਚ ਆਪਾਂ ਜਿੱਦਾਂ ਮੌਜਾਂ ਸਾਰੇ ਕਰਦੇ ਸੀ, ਬਾਹਰ ਤੁਰੇ ਫਿਰਦੇ ਸੀ, ਸਾਡੇ ਸਾਰੇ ਫੇਵਰਿਟ ਸਟੋਰਸ ਖੁੱਲੇ ਸੀਗੇ, ਸਿਨੇਮਾਸ ਖੁੱਲੇ ਸੀਗੇ। ਕਿਉਂਕਿ ਹੁਣ ਜਿਹੜੇ ਸਾਡੇ ਜਿਹੜੇ ਫੇਵਰਿਟ ਚੇਨਸ ਆ, ਸਾਡੇ ਫੇਵਰਿਟ ਲੋਕਲ ਬਿਜ਼ਨੈਸਿਸ ਆ, ਉਹ ਬੰਦ ਹੋਣ ਜਾ ਰਹੇ ਆ। ਬੜੀ ਦੁੱਖ ਵਾਲੀ ਇਹ ਖਬਰ ਹੈ, ਖਾਸ ਕਰਕੇ ਜਿਨ੍ਹਾਂ ਨੇ ਆਪਣਾ ਉਹਦੇ ਵਿੱਚ ਤਨ ਤੇ ਮਨ ਲਾਇਆ ਆ, ਬਲੱਡ ਸਵੈਟ ਐਂਡ ਟੀਅਰਸ। ਸਪੈਸ਼ਲੀ ਧਨ ਮਨ ਨਾ ਵੀ ਲੱਗਿਆ ਹੋਏ ਨਾ, ਘੱਟੋ ਘੱਟ ਲੇਡੀਜ਼ ਨੂੰ ਵੈਸੇ ਹੀ ਸ਼ਾਪਿੰਗ ਦਾ ਬਹੁਤ ਸ਼ੌਂਕ ਜੀ, ਹੁੰਦਾ ਹੈ। ਬਿਲਕੁਲ। ਔਰ ਜਦੋਂ ਵੀ ਆਪਾਂ ਮਾਲ 'ਚ ਜਾਈਦਾ, ਇਹ ਸਾਰੇ ਸਟੋਰ ਸੀ ਜਿਹੜੇ ਹਮੇਸ਼ਾ ਤੋਂ, ਜਦੋਂ ਤੱਕ ਸਾਡੇ ਬੱਚੇ ਛੋਟੇ ਸੀ ਜਾਂ ਕਿਸੇ ਨੂੰ ਗਿਫਟ ਦੇਣਾ ਹੈ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ, ਅਸੀਂ ਹਮੇਸ਼ਾ ਉਹਨਾਂ ਤੇ ਜਾਂਦੇ ਰਹੇ ਹਾਂ। ਆਲ ਆਫ ਸਡਨ ਸਾਰਿਆਂ ਨੇ ਦਰਵਾਜ਼ੇ ਬੰਦ ਕਰ ਦੇਣੇ ਆ ਤਾਂ ਬੜਾ ਔਖਾ ਲੱਗੂਗਾ। ਓ ਬੋਏ, ਹਨਾ। ਤੇ ਹੁਣ ਕੋਵਿਡ-19 ਦੇ ਕਰਕੇ ਬਹੁਤ ਸਾਰੇ ਬਿਜ਼ਨੈਸਸ ਜਿਹੜੇ ਨੇ ਡਾਊਨ ਨੇ। ਸਭ ਤੋਂ ਤੁਹਾਨੂੰ ਯਾਦ ਹੈ ਦ ਚਿਲਡਰਨਸ ਪਲੇਸ? ਓ ਨੋ। ਚਿਲਡਰਨਸ ਪਲੇਸ US ਕੈਨੇਡਾ ਵਿੱਚ 200 ਦੇ ਵਿੱਚੋਂ 50% ਸਟੋਰਸ ਬੰਦ ਕਰ ਰਹੇ ਨੇ। ਸੋ 100 ਸਟੋਰਸ ਆਰ ਗੋਇੰਗ ਟੂ ਕਲੋਜ਼। ਓ ਨੋ। ਸਟਾਰਬਕਸ, ਰਾਈਟ, ਸੁਖੀ, ਕਾਫੀ, ਓ ਮਾਈ ਗॉड, ਉਹਨਾਂ Yes. ਵਰਗੀ ਕਾਫੀ ਕੋਈ ਨਹੀਂ ਬਣਾਉਂਦਾ, ਲੇਕਿਨ 200 ਕੈਨੇਡੀਅਨ ਲੋਕੇਸ਼ਨਸ ਆਰ ਗੋਇੰਗ ਟੂ ਕਲੋਜ਼। ਰਾਈਟ, ਰਾਈਟ। ਥੀਮ ਮੈਟਰਨਿਟੀ ਐਂਡ ਐਡੀਸ਼ਨ LA। ਓ ਨੋ। ਦੇ ਮੈਟਰਨਿਟੀ ਵਾਲਾ ਬੇਸਿਕਲੀ ਇੱਕੋ ਹੀ ਸਟੋਰ ਸੀਗਾ ਤੇ ਉਹ ਆਪਣੇ ਸਾਰੇ ਦੇ ਸਾਰੇ ਸਟੋਰਸ ਦੇ ਆਰ ਗੋਇੰਗ ਟੂ Oh, this ਕਲੋਜ਼। is devastating. Victoria's Secret and Bath and Body Works। Bath and Body Works? Exactly। ਇਹ ਤਾਂ ਨਾ ਤੁਸੀਂ ਸੁਣਾਉਂਦੇ ਮੈਨੂੰ ਅੱਜ। Bath and Body Works, oh no। So 38 ਦੇ ਵਿੱਚੋਂ 13 stores are going to close। Oh no। ਸੋ ਬਹੁਤ ਸਾਰੇ ਇਹਦੇ ਤੇ ਨਾ ਵੇਟ ਕਰੀਦੀ ਹੁੰਦੀ ਸੀ ਕਦੋਂ ਮਾਲ ਜਾਵਾਂਗੇ ਤੇ ਉੱਥੇ ਜਾ ਕੇ ਹਰ ਇੱਕ ਚੀਜ਼ ਨੂੰ ਟਰਾਈ ਕਰਕੇ ਵੇਖਣਾ। ਸੁਖੀ, ਇਟਸ ਸੱਚੀ ਮੁੱਚੀ ਮਾਲ ਨਹੀਂ ਰਹਿਣੇ ਬਿਨਾਂ ਇਹਨਾਂ ਸਟੋਰਸ ਤੋਂ। No। Aldo। Can you Oh, shoe believe store। Aldo? Oh no। Aldo ਕਿੰਨੇ ਸ਼ੂਜ਼ ਉੱਥੋਂ ਦੇ ਇਵਨ ਪਰਸਸ ਤੱਕ ਮਸ਼ਹੂਰ ਸੀਗੇ। ਉਹ ਬਹੁਤ ਸਾਰੇ ਕਹਿ ਰਹੇ ਆ, ਕਹਿੰਦੇ ਗਾਈਡਲਾਈਨਸ ਦੇ ਨਾਲ ਸਾਡੇ ਬਹੁਤ ਸਾਰੇ ਸਟੋਰਸ ਖੁੱਲਣਗੇ, ਲੇਕਿਨ ਬਹੁਤ ਸਾਰੇ ਸਟੋਰਸ ਸੁਖੀ ਕਦੇ ਵੀ ਨਹੀਂ ਖੁੱਲਣਗੇ। ਉਸ ਤੋਂ ਬਾਅਦ Pier 1 Imports, Right। ਉਹਨਾਂ ਨੇ ਬੈਂਕਰਪਸੀ ਪ੍ਰੋਸੀਡਿੰਗ ਦੇ ਵਿੱਚ ਨੇ ਤੇ ਕੈਨੇਡਾ ਦੇ ਸਾਰੇ ਸਟੋਰਸ ਬੰਦ ਹੋ ਗਏ ਨੇ। ਬੈਂਚ ਬਹੁਤ ਵੱਡਾ ਇੱਕ ਹਿਊਜ ਨੇਮ ਹੈ, ਖਾਸ ਕਰਕੇ ਸਾਡੇ ਯੂਥ ਦੇ ਵਿੱਚ ਬਹੁਤ ਪਪੂਲਰ ਹੈ। ਬਹੁਤ ਪਪੂਲਰ ਹੈ। ਉਹਨਾਂ ਦੇ 24 ਸਟੋਰਸ ਨੇ Yeah। total and they all are going to close। ਇੱਕ ਹੋਰ ਪਪੂਲਰ ਜਿਹੜੀ ਜਿਮ ਫੈਸਿਲਿਟੀ ਹੈ ਸਟੀਵ ਨੈਸ਼, ਉਹ ਵੀ ਆਪਾਂ ਜਾਣਦੇ, ਉਹਨਾਂ ਨੇ ਵੀ ਕੋਵਿਡ ਦੇ ਸ਼ੁਰੂਆਤ 'ਚ ਕਹਿਤਾ ਸੀ ਵੀ ਅਸੀਂ ਸਾਰੇ ਜਿਹੜੇ ਸਾਡੇ ਲੋਕੇਸ਼ਨਸ ਬੰਦ ਕਰ ਰਹੇ ਹਾਂ ਕਿਉਂਕਿ ਲੋਕ ਸਰਵਾਈਵ ਹੀ ਨਹੀਂ ਕਰ ਪਾ It's hard, it's so hard, and then you know these are stores we might not see again। Yes, and do you remember things engraved? ਹਾਂਜੀ। ਜਦੋਂ ਕੋਈ ਵੀ ਚੀਜ਼ ਨੂੰ ਇਨਗ੍ਰੇਵ ਕਰਕੇ ਕਿਸੇ ਨੂੰ ਸਪੈਸ਼ਲ ਗਿਫਟ ਦੇਣਾ ਹੁੰਦਾ, ਬੜਾ ਉਹ ਸਪੈਸ਼ਲ ਉਹ ਗਿਫਟ ਬਣਦਾ ਹੁੰਦਾ ਬਹੁਤ ਸੀ। ਹੀ ਵਧੀਆ ਜਿਹਾ ਸਟੋਰ ਸੀਗਾ। ਉਹਨਾਂ ਦੀਆਂ 73 ਲੋਕੇਸ਼ਨਸ ਨੇ। ਸੁੱਖੀ, ਉਹ ਕੋਈ ਵੀ ਲੋਕੇਸ਼ਨ ਓਪਨ ਨਹੀਂ ਕਰਨ ਜਾ ਰਹੇ। That's so sad। They're going to close everything। ਉਹ ਕਹਿੰਦੇ ਅਸੀਂ ਸਾਰੇ ਦੇ ਸਾਰੇ, ਉਹ ਕਹਿੰਦੇ ਪਹਿਲਾਂ ਵੀ ਅਸੀਂ ਨੁਕਸਾਨ ਜਾ ਰਹੇ ਸੀ, ਲੇਕਿਨ ਹੁਣ ਤਾਂ ਅਸੀਂ ਇਹ ਸਿਚੁਏਸ਼ਨ ਦੇ ਵਿੱਚ ਆ ਵੀ ਸਾਨੂੰ ਸਮਝ ਹੀ ਨਹੀਂ ਆ ਰਹੀ ਅਸੀਂ ਕਰਨਾ ਕੀ ਹੈ। ਉਸ ਤੋਂ ਬਾਅਦ ਜਿਹੜੇ ਹੈਗੇ ਨੇ ਲਿੰਕਸ ਆਫ ਲੰਡਨ, ਇਹ ਕਹਿੰਦੇ ਬੜਾ ਹਾਈ ਐਂਡ ਸਟੋਰ ਸੀ, ਲੰਡਨ ਦੇ ਵਿੱਚ ਬੜਾ ਫੇਮਸ ਸੀ।
ਸਿਰਫ ਇੱਥੇ 5 ਲੋਕੇਸ਼ਨਸ ਖੁੱਲੀਆਂ ਤੇ ਪੰਜੋਂ ਦੀਆਂ ਪੰਜੋਂ ਬੰਦ ਹੋਣ ਜਾ ਰਹੀਆਂ। ਬੋਸ 10,000 ਵਿਲੇजेस, ਕਾਰਲਟਨ ਕਾਰਡਸ, ਇਹ ਸਾਰੇ ਦੇ ਸਾਰੇ it's going to close. Big names that have been household names for a very long time. Right. ਬਹੁਤ ਚਿਰ ਹੋ ਗਿਆ ਸਾਨੂੰ ਇਹ stores ਤੇ ਜਾਂਦਿਆਂ ਨੂੰ ਤੇ ਸਪੈਸ਼ਲ ਚੀਜ਼ਾਂ ਤੇ ਖਰੀਦਣੀਆਂ ਨੂੰ, so my heart goes out to them. ਉਹਨਾਂ ਦੇ EMPLOYEES ਜਿਹੜੇ ਉੱਥੇ ਕੰਮ ਕਰਦੇ, ਜਿਨ੍ਹਾਂ ਨੇ ਬ੍ਰਾਂਡ ਬਿਲਡ ਕੀਤਾ, ਕਿ ਆਪਾਂ ਜਾਣਦੇ ਵੀ ਬਹੁਤ ਟਾਈਮ ਲੱਗਦਾ ਆ। ਬਿਲਕੁਲ ਸਹੀ ਹੈ ਸੁਖੀ, ਔਰ ਇਹ ਨਾ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਸੀ। Yes. ਔਰ ਆਲ ਆਫ ਸਡਨ ਇਹ ਹਿੱਸਾ ਜਿਸ ਤਰ੍ਹਾਂ ਸ਼ਟਰਡ ਹੋ ਕੇ ਇਹ ਨੀਚੇ ਗਿਰਦਾ ਜਾ ਰਿਹਾ ਨਾ, ਇਹ ਕੁਛ ਨਾ ਕੁਛ ਆਪਣੇ ਆਪ ਨੂੰ ਬਹੁਤ ਤਕਲੀਫ ਹੁੰਦੀ ਹੈ ਜੀ। ਸੋ ਇੱਕ ਐਂਡ ਦੇ ਵਿੱਚ ਵਿਲ ਲੀਵ ਜਿੰਨੇ ਵੀ ਸਾਡੇ BC ਵਿਊਅਰਸ ਆ ਵਿਦ ਸਮ ਗੁੱਡ ਨਿਊਜ਼। ਆਪਾਂ ਜਾਣਦੇ ਕਿ ਕੈਨੇਡਾ ਦੇ ਵਿੱਚ ਹੁਣ ਤਕਰੀਬਨ 1 ਲੱਖ ਤੇ ਜਿਹੜੇ ਕੋਵਿਡ ਕੇਸਿਸ ਹੋ ਚੱਲੇ ਆ, ਨੰਬਰਸ ਤੇ ਇਨਕਰੀਜ਼ ਹੋ ਰਹੇ ਆ। BC ਦੇ ਵਿੱਚ ਨਹੀਂ ਹੋ ਰਹੇ, ਪਰ ਆਪ ਨੂੰ ਪਤਾ ਸਾਡੇ ਦੂਜੇ ਪਾਸੇ ਕੈਨੇਡਾ ਤੇ ਕਾਫੀ ਹੋ ਰਿਹਾ। ਬਟ BC ਸਕੂਲਸ ਨੂੰ ਹੁਣ ਖੋਲ੍ਹਿਆਂ ਨੂੰ ਤਕਰੀਬਨ 2 ਹਫ਼ਤੇ ਹੋ ਗਏ ਆ, ਸੋ ਵਿਚ ਇਜ਼ ਗੁੱਡ ਕਿ ਕੋਈ ਜਿਹੜੇ ਕੇਸਿਸ ਆ BC ਦੇ ਵਿੱਚ ਆਏ ਕੋਈ ਸਕੂਲ ਰਿਲੇਟਡ ਨਹੀਂ ਗਏ। ਸੋ ਬਹੁਤ ਡਰ ਸੀ ਪੇਰੈਂਟਸ ਨੂੰ, ਸਾਡੇ ਜਿਹੜੇ ਬੱਚੇ ਅਸੀਂ ਵਾਪਸ ਭੇਜਣੇ ਆ। ਡਾਕਟਰ ਬੌਨੀ ਹੈਨਰੀ ਨੇ ਕਿਹਾ ਵੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ 16 ਜਿਹੜੇ ਮਰੀਜ਼ ਆ ਜਿਹੜੇ 19 ਸਾਲਾਂ ਤੋਂ ਥੱਲੇ ਆ ਤੇ ਉਹਨਾਂ ਦੇ ਵਿੱਚ ਕੋਈ ਨਹੀਂ ਜਿਹੜਾ ਸਕੂਲ ਤੋਂ ਇਨਫੈਕਟ ਹੋਇਆ ਆ। So which is great news. 35% ਜਿਹੜੇ ਸਟੂਡੈਂਟਸ ਆ ਕਿੰਡਰਗਾਰਟਨ ਤੋਂ ਗ੍ਰੇਡ 5 ਉਹ ਵਾਪਸ ਗਏ ਆ ਤੇ 16% ਸਟੂਡੈਂਟਸ ਗ੍ਰੇਡ 6 ਤੋਂ 12 ਤੱਕ ਗਏ ਆ। ਸੋ ਜਿਹੜੇ ਜ਼ਿਆਦਾ ਵੱਡੇ ਕਲਾਸਾਂ ਦੇ ਵਿੱਚ ਆ ਉਹ ਘੱਟ ਗਿਣਤੀ 'ਚ ਗਏ ਆ, ਸਿਰਫ 16% ਗਏ ਆ, ਪਰ ਜਿਹੜੇ ਛੋਟੇ ਬੱਚੇ ਆ ਉਹ 35% ਦੇ ਵਿੱਚ ਵਾਪਸ ਗਏ ਆ। BC ਟੀਚਰਸ ਫੈਡਰੇਸ਼ਨ ਪ੍ਰੈਜ਼ੀਡੈਂਟ ਟੋਰੀ ਮੂਰਿੰਗ ਦਾ ਕਹਿਣਾ ਹੈ ਕਿ ਵੀ ਟ੍ਰਾਂਜੀਸ਼ਨ ਬਹੁਤ ਵਧੀਆ ਹੋਈ ਆ। ਅਸੀਂ ਸਾਡੇ ਟੀਚਰਸ ਤੋਂ ਕਾਫੀ ਇਨਪੁਟ ਲੈ ਰਹੇ ਹਾਂ ਤੇ ਸਾਨੂੰ ਲੱਗਦਾ ਵੀ ਸੈਪਟੈਂਬਰ ਦੇ ਵਿੱਚ ਜਿਹੜਾ ਸਾਡਾ ਇਹ ਪੂਰਾ system it will be handled even better than what it is now. So social distancing is working, smaller class sizes are working, and BC has a successful go back to school rate with no COVID cases. Perfect. So it's a great way to end, I think, today's segment. So we started with positive, we ended with positive. So everything is positive. Yes, definitely. So again, ਆਪਣੇ I think end ਦੇ ਵਿੱਚ ਜਿੰਨੇ ਵੀ ਸਾਡੇ ਅੱਜ ਦਰਸ਼ਕ ਜੁੜੇ ਆਪਾਂ ਇੱਕ ਵਾਰੀ ਇਹਨਾਂ ਨੂੰ ਫੇਰ ਰਿਮਾਈਂਡਰ ਕਰ ਦਈਏ ਕਿ it is COVID is still here. ਬਚਾਓ ਰੱਖੋ, ਹੱਥ ਧੋਵੋ, ਸੈਨੀਟਾਈਜ਼ਰ ਯੂਜ਼ ਕਰੋ, ਜੇ ਤੁਸੀਂ ਬਿਮਾਰ ਆ ਘਰਾਂ ਦੇ ਵਿੱਚ ਰਹੋ। ਬਿਲਕੁਲ ਸਹੀ। ਐਂਡ ਜਿਹੜੀ ਬਾਕੀ ਸਾਡੇ ਨਾਲ ਤੁਸੀਂ ਹਮੇਸ਼ਾ ਰੋਜ਼ ਸਵੇਰ ਨੂੰ ਜੁੜਿਆ ਕਰੋ। ਤੁਸੀਂ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੀ ਵੀ ਬਾਹਰ ਦੀ ਖਬਰਸਾਰ ਹੈ ਉਹ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਆ, ਔਰ ਸਾਰੀ ਦੀ ਸਾਰੀ ਵਧੀਆ ਖਬਰਸਾਰ, ਹਾਂ ਕੁਝ ਮਾੜੀਆਂ ਹੁੰਦੀਆਂ ਨੇ ਬਟ ਉਹਨਾਂ ਨੂੰ ਲੁਕੋਇਆ ਨਹੀਂ ਜਾ ਸਕਦਾ। ਜੀ ਬਿਲਕੁਲ ਨਹੀਂ। ਸੋ ਕੱਲ ਨੂੰ ਇੱਕ ਨਵਾਂ ਸੈਗਮੈਂਟ ਲੈ ਕੇ ਆਈ ਲੁੱਕ ਫੋਰਵਰਡ ਟੂ ਹੈਵਿੰਗ ਯੂ ਬੈਕ ਇਨ ਦ ਸਟੂਡੀਓ ਤੇ ਫਿਰ ਹੋਰ ਨਵੀਆਂ ਤਾਜ਼ੀਆਂ ਖਬਰਾਂ ਤੇ ਤੁਹਾਡੇ ਨਾਲ ਜੁੜਨਾ। ਤੇ ਹੁਣ ਇੰਟਰਵਿਊ ਹੋਣ ਜਾ ਰਹੀ ਹੈ ਇੱਕ ਬਹੁਤ ਹੀ ਖਾਸ, ਰਾਈਟ? ਡੈਫੀਨਿਟਲੀ। ਸੋ ਅੱਜ ਦਾ ਅਸੀਂ ਤੁਹਾਨੂੰ ਸ਼ੋਅ ਦੇ ਸ਼ੁਰੂਆਤ ਵਿੱਚ ਦੱਸਿਆ ਸੀ AMC ਇੰਸ਼ੋਰੈਂਸ ਤੋਂ ਗੁਰਨੀਤ ਬਾਲ ਸਾਡੇ ਨਾਲ ਅੱਜ ਸਟੂਡੀਓ ਪਹੁੰਚਣਗੇ ਤੇ ਕ੍ਰਿਟੀਕਲ ਤੇ ਲਾਈਫ ਇੰਸ਼ੋਰੈਂਸ ਕਿਉਂ ਜ਼ਰੂਰੀ ਹੈ, ਕਿਉਂ ਤੁਹਾਨੂੰ ਇਹਦੇ ਵਿੱਚ ਇਨਵੈਸਟ ਕਰਨਾ ਚਾਹੀਦਾ, ਉਹ ਇਨਫੋਰਮੇਸ਼ਨ ਲੈ ਕੇ ਪਹੁੰਚੇ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।